Dear students, myself Sandeep Puri, lecturer chemistry, Government Senior Secondary School, Patti, Boys, District Tarntaਰਨ। ਅੱਜ ਅਸੀਂ +1 ਦਾ ਇੱਕ ਬਹੁਤ ਇੰਪੋਰਟੈਂਟ ਟੌਪਿਕ ਹਾਈਡਰੋਜਨ ਪੈਰੋਕਸਾਈਡ ਐਂਡ ਹਾਈਡਰੋਜਨ ਐਜ਼ ਅ ਲਿਕੁਇਡ ਫਿਊਲ ਬਾਰੇ ਡਿਸਕਸ ਕਰਾਂਗੇ। ਹਾਈਡਰੋਜਨ ਪੈਰੋਕਸਾਈਡ ਸਭ ਤੋਂ ਪਹਿਲਾਂ ਇੱਕ ਫਰਾਂਸ ਦੇ ਸਾਇੰਟਿਸਟ ਮਿਸਟਰ ਜੇ.ਐਲ. ਥਿਨਾਰਡ ਨੇ 1818 ਦੇ ਵਿੱਚ ਡਿਸਕਵਰ ਕੀਤੀ ਔਰ ਉਹਦਾ ਮੋਲੀਕੂਲਰ ਫਾਰਮੂਲਾ ਹੈ H2O2. I am repeating, molecular formula of hydrogen peroxide is H2O2. ਹੁਣ ਤੁਸੀਂ ਜਿਵੇਂ ਨੈਕਸਟ ਸਲਾਈਡ ਦੇ ਵਿੱਚ ਦੇਖ ਰਹੇ ਹੋ ਕਿ how we can prepare hydrogen peroxide. तो ਹਾਈਡਰੋਜਨ ਪੈਰੋਕਸਾਈਡ ਜਿਹੜੀ ਹੈ ਲੈਬੋਰੇਟਰੀ ਦੇ ਵਿੱਚ ਦੋ ਤਰੀਕਿਆਂ ਦੇ ਨਾਲ ਪ੍ਰਪੇਅਰ ਕੀਤੀ ਜਾ ਸਕਦੀ ਹੈ। The first method is by the action of cold dilute sulfuric acid on sodium peroxide, and the second method is by the action of cold dilute sulfuric acid on barium peroxide. तो दो तरीकों के नाल असीं लैबोरेटरी दे विच हाइड्रोजन पेरोक्साइड बना सकते हैं। by the action of cold dilute sulfuric acid on sodium peroxide और दूसरा by the action of cold dilute sulfuric acid on barium peroxide. तो सब तो पहला सोडियम पेरोक्साइड तो किवें हाइड्रोजन पेरोक्साइड बनाई जा सकती है, ਉਹਦਾ ਜਿਹੜਾ ਮੈਥਡ ਆਫ ਪ੍ਰੈਪਰੇਸ਼ਨ ਹੈ that is also called Merck's process, that is preparation of hydrogen peroxide from sodium peroxide. तो इस मैथड ਦੇ ਵਿੱਚ hydrogen peroxide is prepared by adding calculated amount of sodium peroxide to ice cold dilute solution of sulfuric acid, यानी बिल्कुल ठंडा and ice cold dilute sulfuric acid ਦਾ solution ਲੈਣਾ ਹੈ, बिल्कुल ठंडा और ਉਹਦੇ ਚ कैलकुलेटेड अमाउंट फिक्स्ड अमाउंट ऑफ सोडियम पैरोक्साइड ਜਿਹੜੀ ਆ ਉਹ ਐਡ ਕਰਨੀ ਆ और एडिशन ਜਿਹੜੀ ਹੈ ਉਹ ਬਹੁਤ स्लोली करनी है। The addition is carried out slowly in small amounts with constant stirring. constant ਉਹਨੂੰ ਜਿਹੜਾ ਹੈ stir ਕਰੀ ਜਾਣਾ ਹੈ, ਹਿਲਾਈ ਜਾਣਾ ਹੈ और reaction ਤੁਹਾਡੇ ਸਾਹਮਣੇ given है sodium peroxide when reacts with sulfuric acid it gives sodium sulfate and hydrogen peroxide. ਜਦੋਂ ਇਹਨੂੰ ਠੰਡਾ ਕਰਦੇ ਹਾਂ तो सोडियम सल्फेट के क्रिस्टल्स ਜਿਹੜੇ ਆ ਉਹ ਸੈਪਰੇਟ ਆਊਟ ਹੋ ਜਾਂਦੇ ਆ। तो ਇਹਨਾਂ ਨੂੰ ਡੀਕੈਂਟੇਸ਼ਨ ਪ੍ਰੋਸੈਸ ਦੇ ਨਾਲ ਅਲੱਗ ਕਰ ਲਿਆ ਜਾਂਦਾ ਹੈ ਔਰ ਬਾਕੀ ਸਾਡੇ ਕੋਲ ਵਾਪਸ ਸੋਲੂਸ਼ਨ ਆਫ ਹਾਈਡਰੋਜਨ ਪੈਰੋਕਸਾਈਡ ਜਿਹੜਾ ਹੈ ਬਾਕੀ ਬਚ ਜਾਂਦਾ ਹੈ। ਧਿਆਨ ਨਾਲ ਫਿਰ ਸੁਣ ਲਓ ਕਿ ਸੋਡੀਅਮ ਪੈਰੋਕਸਾਈਡ ਨੂੰ ਸਲਫਿਊਰਿਕ ਐਸਿਡ ਦੇ ਨਾਲ ਜਦੋਂ ਕੋਲਡ ਡਿਲੂਟ ਆਈਸ ਕੋਲਡ ਡਿਲੂਟ ਸਲਫਿਊਰਿਕ ਐਸਿਡ ਦੇ ਨਾਲ ਟ੍ਰੀਟ ਕਰਦੇ ਆ ਤੇ ਸੋਡੀਅਮ ਸਲਫੇਟ ਤੇ ਹਾਈਡਰੋਜਨ ਪੈਰੋਕਸਾਈਡ ਬਣਦਾ ਹੈ। तो ਸੋਡੀਅਮ ਸਲਫੇਟ ਦੇ ਕ੍ਰਿਸਟਲਸ ਜਿਹੜੇ ਬਣਦੇ ਆ ਉਹਨਾਂ ਨੂੰ ਡੀਕੈਂਟੇਸ਼ਨ ਪ੍ਰੋਸੈਸ ਦੇ ਨਾਲ ਸੈਪਰੇਟ ਆਊਟ ਕਰ ਲਿਆ ਜਾਂਦਾ ਹੈ ਤੇ ਬਾਕੀ ਸਾਡੇ ਕੋਲ ਸੋਲੂਸ਼ਨ ਬਚ ਜਾਂਦਾ ਹੈ ਹਾਈਡਰੋਜਨ ਪੈਰੋਕਸਾਈਡ ਦਾ। ਦੂਸਰਾ ਮੈਥਡ ਆਫ ਪ੍ਰੈਪਰੇਸ਼ਨ ਹੈ ਪ੍ਰੈਪਰੇਸ਼ਨ ਆਫ ਹਾਈਡਰੋਜਨ ਪੈਰੋਕਸਾਈਡ ਫਰਮ ਬੇਰੀਅਮ ਪੈਰੋਕਸਾਈਡ। ਇਸ ਮੈਥਡ ਦੇ ਵਿੱਚ ਇੱਕ ਪੇਸਟ ਜਿਹੜੀ ਹੈ ਸੋਡੀਅਮ ਹਾਈਡਰੋਜਨ ਬੇਰੀਅਮ ਪੈਰੋਕਸਾਈਡ ਦੀ ਜਿਹੜੀ ਆ ਉਹ ਪ੍ਰਪੇਅਰ ਕੀਤੀ ਜਾਂਦੀ ਆ, ਹਾਈਡਰੇਟਡ ਬੇਰੀਅਮ ਪੈਰੋਕਸਾਈਡ ਦੀ ਪੇਸਟ ਪ੍ਰਪੇਅਰ ਕੀਤੀ ਜਾਂਦੀ ਆ ਆਈਸ ਕੋਲਡ ਵਾਟਰ ਦੇ ਵਿੱਚ ਤੇ ਇਹਨੂੰ 20% ਯਾਨੀ 20% ਆਈਸ ਕੋਲਡ ਸੋਲੂਸ਼ਨ ਆਫ ਸਲਫਿਊਰਿਕ ਐਸਿਡ ਦੇ ਨਾਲ ਟ੍ਰੀਟ ਕਰਦੇ ਆ। ਜਿਵੇਂ ਕਿ ਰਿਐਕਸ਼ਨ ਦੇ ਵਿੱਚ ਕਲੀਅਰਲੀ ਹੈ ਕਿ ਜਿਹੜਾ ਹਾਈਡਰੇਟਡ ਫਾਰਮ ਚ ਜਿਹੜਾ ਹੈ ਬੇਰੀਅਮ ਪੈਰੋਕਸਾਈਡ ਲਿਆ ਹੈ ਸਲਫਿਊਰਿਕ ਐਸਿਡ ਦੇ ਨਾਲ ਰਿਐਕਸ਼ਨ ਜਦੋਂ ਹੁੰਦਾ ਹੈ ਤਾਂ ਬੇਰੀਅਮ ਸਲਫੇਟ ਦੇ ਨਾਲ ਹਾਈਡਰੋਜਨ ਪੈਰੋਕਸਾਈਡ ਜਿਹੜਾ ਹੈ ਉਹ ਬਣਦਾ ਹੈ ਔਰ ਇਹਦੇ ਵਿੱਚ ਵੀ ਬੇਰੀਅਮ ਸਲਫੇਟ ਦੇ ਜਿਹੜੇ ਪ੍ਰੈਸਿਪਿਟੇਟਸ ਨੇ ਵਾਈਟ ਕਲਰ ਦੇ ਪ੍ਰੈਸਿਪਿਟੇਟ ਬਣਦੇ ਆ ਉਹਨੂੰ ਅਸੀਂ ਫਿਲਟਰੇਸ਼ਨ ਸਿੰਪਲ ਫਿਲਟਰੇਸ਼ਨ ਮੈਥਡ ਦੇ ਨਾਲ ਅਸੀਂ ਬੇਰੀਅਮ ਸਲਫੇਟ ਦੇ ਪ੍ਰੈਸਿਪਿਟੇਟਸ ਨੂੰ ਰਿਮੂਵ ਕਰ ਲੈਂਦੇ ਆ ਤੇ ਬਾਕੀ ਸਾਡੇ ਕੋਲ ਜਿਹੜਾ ਸੋਲੂਸ਼ਨ ਬਣਦਾ ਹੈ ਬਚਦਾ ਹੈ that is 5% solution of hydrogen peroxide। ਹੋਰ ਵੀ ਇਹ ਜਿਹੜੇ ਦੋ ਮੈਥਡ ਸੀਗੇ ਇਹ ਲੈਬੋਰੇਟਰੀ ਪ੍ਰੈਪਰੇਸ਼ਨ ਸੀਗੀ। some other methods of preparation of hydrogen peroxide is कि सब तो पहला है by electrolysis of 50% H2SO4 solution, यानी सल्फ्यूरिक एसिड ਦੇ 50% solution ਦੀ electrolysis ਜਿਹੜੀ ਹੈ ਉਹ ਕਰਨ ਤੇ ਸਾਨੂੰ ਹਾਈਡਰੋਜਨ ਪੈਰੋਕਸਾਈਡ ਮਿਲਦੀ ਹੈ। ਇਸ ਮੈਥਡ ਦੇ ਵਿੱਚ ਅਸੀਂ 50% solution ਸਲਫਿਊਰਿਕ ਐਸਿਡ ਦਾ that is electrolyzed at high current density, current density high ਲੈ ਕੇ ਤੇ ਉਹਦੀ electrolysis ਕਰਦੇ ਹਾਂ 50% solution of sulfuric acid ਦੀ ਕਿਸੇ ਵੀ electrolytic cell ਦੇ ਵਿੱਚ। When peroxo disulfuric acid is formed at the anode, तो peroxo disulfuric acid ਜਿਹਦਾ ਫਾਰਮੂਲਾ ਹੈ H2S2O8,
वो एनोड ते जिहड़ा है वो बनता है। Peroxide disulfuric acid is drawn off from the cell, ਉਹਨੂੰ ਸੈੱਲ ਚੋਂ ਬਾਹਰ ਕੱਢ ਲਿਆ ਜਾਂਦਾ ਹੈ, and hydrolyzed with water, ਔਰ ਇਹਨੂੰ ਵਾਟਰ ਦੇ ਨਾਲ ਉਹਦੀ ਹਾਈਡਰੋਲਿਸਿਸ ਕਰਦੇ ਆ ਤੇ ਉਹਦੇ ਤੋਂ ਸਾਨੂੰ H2O2 यानी हाइड्रोजन पेरोक्साइड ਜਿਹੜੀ है वो obtain ਹੁੰਦੀ है। The resulting solution is distilled under low pressure when H2O2 get distilled while H2SO4 with high boiling point remains undistilled। तो ਜਿਵੇਂ ਕਿ ਤੁਸੀਂ ਬੱਚੇ ਜਾਣਦੇ ਹੋ ਜਿਹੜਾ ਡਿਸਟਿਲੇਸ਼ਨ ਪ੍ਰੋਸੈਸ ਹੈ ਉਹਦੇ ਨਾਲ ਇਹਨਾਂ ਨੂੰ ਦੋਵਾਂ ਨੂੰ ਅਲੱਗ-ਅਲੱਗ ਕਰ ਲਿਆ ਜਾਂਦਾ ਹੈ, ਕਿਉਂਕਿ ਉਹਦਾ H2O2 ਪਹਿਲਾਂ ਡਿਸਟਿਲ ਆਊਟ ਹੋ ਜਾਂਦੀ ਆ, ਜਦਕਿ ਸਲਫਿਊਰਿਕ ਐਸਿਡ ਦਾ ਬੋਇਲਿੰਗ ਪੁਆਇੰਟ ਜ਼ਿਆਦਾ ਹੋਣ ਕਰਕੇ ਉਹ ਡਿਸਟਿਲ ਆਊਟ ਨਹੀਂ ਹੁੰਦਾ, ਉਹ ਅਨਡਿਸਟਿਲਡ ਹੀ ਥੱਲੇ ਰਹਿ ਜਾਂਦਾ ਹੈ ਤੇ ਸਾਨੂੰ H2O2 ਜਿਹੜੀ ਆ ਬਾਈ ਦਾ ਪ੍ਰੋਸੈਸ ਆਫ ਡਿਸਟਿਲੇਸ਼ਨ ਜਿਹੜੀ ਆ ਉਹ ਮਿਲ ਜਾਂਦੀ ਆ। ਇਹ ਮੈਥਡ ਸੀਗਾ ਬਾਈ ਇਲੈਕਟ੍ਰੋਲਿਸਿਸ ਆਫ 50% सल्फ्यूरिक एसिड सॉल्यूशन। दूसरा मेथड है फ्रॉम 2-ethyl एंथ्राक्विनोल। इस मेथड दे विच दो स्टेप्स इन्वॉल्व ने। पहले स्टेप दे विच 2-ethyl एंथ्राक्विनोन जिहड़ी है दैट इज डिसॉल्वड इन बेंजीन ते ओदे विचों हाइड्रोजन गैस जिहड़ी आ पास कीती जांदी है थ्रू द सॉल्यूशन इन द प्रेजेंस ऑफ कैटलिस्ट पैलेडियम। मैं दोबारा रिपीट कर देना है। पहले स्टेप दे विच 2-ethyl एंथ्राक्विनोन जिहड़ी है दैट इज डिसॉल्वड इन बेंजीन और फिर उहदे विचों उस सॉल्यूशन दे विचों हाइड्रोजन गैस पास की जाती है इन द प्रेजेंस ऑफ कैटलिस्ट पैलेडियम। और सैकेंड स्टैप दे विच जिहड़ी रिडक्शन तो बाद जिहड़ा साडे कोल प्रोडक्ट बनता है दैट इज इन मिक्सचर ऑफ बेंजीन एंड साइक्लोहेक्सेनोल। आई एम रिपीटिंग द रिड्यूस्ड प्रोडक्ट इज डिसॉल्वड यानी जिहड़ा सानू पहले स्टैप तो बाद जिहड़ा प्रोडक्ट मिलिया that is dissolved in a mixture of benzene and cyclohexanol and upon passing air it is oxidized back to 2-ethyl anthraquinone and H2O2 is produced। यानी दोबारा जो ਅਸੀਂ ऑक्सीडेशन करते हैं एयर ਨੂੰ पास ਕਰਨ ਤੇ तो ਸਾਡੇ ਕੋਲ वापस पहला ਜਿਹੜਾ ਸੀ ਰਿਐਕਟੈਂਟ ਆ ਸੀ ਐਂਥਰਾक्विन 2-ethyl anthraquinol वो मिलता है ਤੇ ਨਾਲ H2O2 ਜਿਹੜੀ ਗੈਸ ਹੈ वो प्रोड्यूस ਹੁੰਦੀ है। तो ये सीगे methods of preparation of hydrogen peroxide। Now we come to concentration of hydrogen peroxide। जिहड़ी hydrogen peroxide है जिहड़ी पहले असी methods of preparation च पढ़े आ उन्हां तो जदों सानू hydrogen peroxide जिहड़ी है वो मिलदी है that is extracted with water and the aqueous solution is concentrated। ये जिहड़ा aqueous solution बनदा है वाटर दे नाल उनदी concentration करदे आ। तो कंसनट्रेशन किवें कर सकते हैं? एक तो सिंपल मैथड है कि बाय बॉइलिंग कि असीं इस सॉल्यूशन को बॉयल कर दिए तो जिहड़ी हाइड्रोजन पेरोक्साइड है दैट डीकंपोजेस बिलो इट्स बॉइलिंग पॉइंट। फर्दर जिहड़ी डीकंपोजिशन ऑफ हाइड्रोजन पेरोक्साइड है दैट कैन आल्सो बी डन बाय द कैटलाइज्ड प्रोसेस इन द प्रेजेंस ऑफ हैवी मेटल आयन इम्प्योरिटीज डस्ट एंड रफ एंड अनइवन सरफेस। मैं फिर रिपीट कर देना। The decomposition of hydrogen peroxide is catalyzed by the presence of heavy metal ion impurities, dust, and rough and uneven। The other methods of concentration of hydrogen peroxide जिहड़े है वो आ कि एक मेथड है नेक्स्ट the evaporation on a water bath। यानी जिहड़ी आपां पहला हाइड्रोजन पेरोक्साइड बनाई है डिफरेंट मेथड्स ऑफ प्रेपरेशन दे विच उहनूं कंसनट्रेशन वास्ते एक सिंपल मेथड है फर्स्ट वन इवैपोरेशन ऑन ए वाटर बाथ। इस मैथड दे विच की करदे आ कि जिहड़ा डाइल्यूट सॉल्यूशन है हाइड्रोजन पेरोक्साइड दा दैट इज ट्रांसफर्ड टू एन इवैपोरेटिंग डिश। यानी उहनूं इवैपोरेटिंग डिश दे विच जिहड़ा है असीं पा लैंदे आ और उहनूं वाटर बाथ दे उपर केयरफुली जिहड़ा है वार्म करदे आ, मतलब बॉयल नहीं करना वार्म करना है। इस प्रोसेस दे विच सानूं 30% हाइड्रोजन पेरोक्साइड जिहड़ी है वो ऑब्टेन होती है। मैं फिर रिपीट कर देना, बहुत सिंपल मेथड है कि जिहड़ा डाइल्यूट सॉल्यूशन हाइड्रोजन पेरोक्साइड दा है दैट इज ट्रांसफर्ड टू एन इवैपोरेटिंग डिश एंड वार्मड उन्हें थोड़ा जिहा गर्म करीदा है वाटर बाथ दे उत्ते ते इस दे नाल सानूं 30% हाइड्रोजन पेरोक्साइड जिहड़ी है वो ऑब्टेन होती है। दूसरा मेथड है डिहाइड्रेशन इन ए वैक्यूम डेसिकेटर। ये जिहड़ा अबव सानू सॉल्यूशन मिलिया यानी 30% सॉल्यूशन जिहड़ा मिलिया दैट इज प्लेस्ड
over concentrated sulfuric acid in a vacuum condenser। वैक्यूम कंडेंसर ਦੇ ਵਿੱਚ ਇਹਦੇ ਚ ਅਸੀਂ ਵੈਕਿਊਮ ਕੰਡੈਂਸਰ ਯੂਜ਼ ਕਰਦੇ ਹਾਂ ਔਰ the above solution ਜਿਹੜਾ ਹੈ 30% ਹਾਈਡਰੋਜਨ ਪੈਰੋਕਸਾਈਡ ਦਾ ਸੋਲੂਸ਼ਨ ਜਿਹੜਾ ਮਿਲਿਆ that is placed over concentrated sulfuric acid। the water vapors are absorbed by concentrated sulfuric acid, यानी ਜਦੋਂ वाटर वेपर्स ਜਿਹੜੇ ਨਿਕਲਦੇ ਆ ਉਹਨੂੰ ਜਿਹੜਾ ਅਸੀਂ concentrated sulfuric acid ਲਿਆ ਹੈ ਉਹ ਨਾ वाटर वेपर्स ਨੂੰ absorb ਕਰ ਲੈਂਦਾ ਹੈ ਤੇ ਸਾਡੇ ਕੋਲ 90% solution of hydrogen peroxide ਜਿਹੜਾ ਹੈ ਉਹ obtain ਹੋ ਜਾਂਦਾ ਹੈ। next है distillation under reduced pressure। ਜਿਹੜਾ ਪਹਿਲੇ ਸਟੈਪ ਸਾਡੇ ਕੋਲ 30% ਸੋਲੂਸ਼ਨ ਮਿਲਿਆ ਸੀ ਹਾਈਡਰੋਜਨ ਪੈਰੋਕਸਾਈਡ ਦਾ, ਨੈਕਸਟ ਸਟੈਪ ਦੇ ਵਿੱਚ 90% ਸੋਲੂਸ਼ਨ ਬਣ ਗਿਆ। ਅਸੀਂ ਹੋਰ ਉਹਨੂੰ ਕਨਸੈਂਟ੍ਰੇਸ਼ਨ ਕਰਨੀ ਹੈ ਉਹਦੀ ਬਾय द ਡਿਸਟਿਲੇਸ਼ਨ ਅੰਡਰ ਰਿਡਿਊਸਡ ਪ੍ਰੈਸ਼ਰ। ਜਿਹੜੀ ਇਸ ਤੋਂ ਪਹਿਲੇ ਸਟੈਪ ਦੇ ਵਿੱਚ 90% ਸੋਲੂਸ਼ਨ ਮਿਲਿਆ ਵਾ ਹਾਈਡਰੋਜਨ ਪੈਰੋਕਸਾਈਡ ਦਾ, that is then distilled under reduced pressure। ਇਹਦੀ ਡਿਸਟਿਲੇਸ਼ਨ ਕਰੀਦੀ ਆ। ਇਸ ਪ੍ਰੋਸੈਸ ਦੇ ਵਿੱਚ ਵਾਟਰ ਜਿਹੜਾ ਹੈ that is distilled out over 303 to 313 ਕੈਲਵਿਨ, 303 ਤੋਂ 313 ਕੈਲਵਿਨ ਦੇ ਵਿੱਚ ਜਿਹੜਾ ਹੈ ਵਾਟਰ ਡਿਸਟਿਲ ਆਊਟ ਹੋ ਜਾਂਦਾ ਕਿ ਸਾਡੇ ਕੋਲ ਪਿੱਛੇ ਜਿਹੜੀ ਹੈ 99% ਪਿਓਰ ਹਾਈਡਰੋਜਨ ਪੈਰੋਕਸਾਈਡ ਜਿਹੜੀ ਸਾਨੂੰ obtain ਹੋ ਜਾਂਦੀ ਹੈ। and then removal of last traces of water। ਇਸ ਤੋਂ ਬਾਅਦ ਵੀ ਜੇ ਕੁਝ 99% ਪਿਓਰ ਹਾਈਡਰੋਜਨ ਪੈਰੋਕਸਾਈਡ obtain ਹੋਣ ਤੋਂ ਬਾਅਦ ਵੀ ਜੇ ਕੁਝ traces ਵਾਟਰ ਦੇ ਕੁਝ ਰਹਿ ਗਏ ਹੋਣ ਤੇ ਅਸੀਂ ਉਹ ਵੀ ਉਹਨੂੰ ਰਿਮੂਵ ਕਰ ਸਕਦੇ ਹਾਂ। तो ਕਿਵੇਂ ਕਰ ਸਕਦੇ ਹਾਂ? ਜਿਹੜਾ 99% ਸੋਲੂਸ਼ਨ ਹਾਈਡਰੋਜਨ ਪੈਰੋਕਸਾਈਡ ਦਾ ਜਿਹੜਾ ਸਾਨੂੰ ਮਿਲਿਆ that is cooled in a freezing mixture of solid carbon dioxide and ether। ਉਹਦੇ ਕਰਕੇ ਫਿਰ ਸਾਨੂੰ ਜਿਹੜੇ ਕ੍ਰਿਸਟਲਸ ਨੇ ਹਾਈਡਰੋਜਨ ਪੈਰੋਕਸਾਈਡ ਦੇ ਉਹ ਸੈਪਰੇਟ ਆਊਟ ਹੋ ਜਾਂਦੇ ਆ which are removed and dried and remelted। ਇਹਨਾਂ ਨੂੰ ਰਿਮੂਵ ਕਰਕੇ ਇਹਨਾਂ ਨੂੰ ਡਰਾਈ ਕਰ ਲਿਆ ਜਾਂਦਾ ਹੈ ਤੇ ਫਿਰ ਡਰਾਈ ਕਰਨ ਤੋਂ ਬਾਅਦ ਇਹਨਾਂ ਨੂੰ ਮੈਲਟ ਕਰ ਲਿਆ ਜਾਂਦਾ ਹੈ ਜਿਹਦੇ ਨਾਲ ਸਾਨੂੰ ਕੰਪਲੀਟਲੀ ਪਿਓਰ ਹਾਈਡਰੋਜਨ ਪੈਰੋਕਸਾਈਡ ਜਿਹੜੀ ਹੈ ਉਹ ਮਿਲ ਜਾਂਦੀ ਹੈ। तो इस तरीके ਦੇ ਨਾਲ ਅਸੀਂ ਕੰਸੈਂਟ੍ਰੇਸ਼ਨ ਆਫ ਹਾਈਡਰੋਜਨ ਪੈਰੋਕਸਾਈਡ ਜਿਹੜੀ ਹੈ ਕਰ ਸਕਦੇ ਹਾਂ। ਹੁਣ ਹਾਈਡਰੋਜਨ ਪੈਰੋਕਸਾਈਡ ਸਾਨੂੰ ਅਸੀਂ ਕੰਸੈਂਟਰੇਟ ਕਰ ਲਈ, ਸਾਨੂੰ ਮਿਲ ਗਈ, ਹੁਣ ਇਹਨੂੰ ਸਟੋਰ ਕਿਵੇਂ ਕਰਨਾ ਹੈ? तो ਕਿਉਂਕਿ ਇਹਦੀ ਸਟੋਰੇਜ ਵਾਸਤੇ ਕੁਝ ਪ੍ਰੀਕਾਸ਼ਨਸ ਜਿਹੜੀਆਂ ਨੇ ਉਹ ਜ਼ਰੂਰੀ ਨੇ, ਉਹ ਜ਼ਰੂਰ ਲੈਣੀਆਂ ਚਾਹੀਦੀਆਂ ਨੇ। तो there are the precautions which must be taken while storing hydrogen peroxide। पहली गल कि it must be kept in wax lined colored bottles। ध्यान नाल सुनो बच्चे कि इनू wax lined यानी colored bottles च रखना है ते उहदे अंदरले पासे wax दी lining होई होवे, पतली पतली जिहड़ी आ वो wax कह लो की लगी होवे, क्योंकि जिहदा रफ सरफेस हुंदा है ग्लास दा ਉਹਦੇ ਚ ਹਾਈਡਰੋਜਨ ਪੈਰੋਕਸਾਈਡ ਜਿਹੜੀ ਹੈ ਉਹ ਡੀਕੰਪੋਜੀਸ਼ਨ ਉਹਦੀ ਜਿਹੜੀ ਆ ਉਹ ਹੋ ਜਾਂਦੀ ਆ। तो रफ ग्लास सरफेस causes the decomposition of hydrogen peroxide। तो रफ सरफेस ਨੂੰ ਸਮੂਥ ਕਰਨ ਵਾਸਤੇ ਕਲਰਡ ਬੋਟਲਸ ਦੇ ਅੰਦਰਲੀ ਸਾਈਡ ਤੇ ਵੈਕਸ ਦੀ ਜਿਹੜੀ ਹੈ ਲਾਈਨਿੰਗ ਕਰ ਦਿੱਤੀ ਜਾਂਦੀ ਹੈ, ਉਹਦੇ ਚ ਹਾਈਡਰੋਜਨ ਪੈਰੋਕਸਾਈਡ ਸਟੋਰ ਕੀਤੀ ਜਾਂਦੀ ਹੈ। ਸੈਕੰਡ, a small amount of phosphoric acid ਗਲਿਸਰੋਲ ਜਾਂ ਐਸੀਟੈਨਾਲਾਈਡ ਇਹ ਆਮ ਤੌਰ ਤੇ ਐਡ ਕਰ ਦਿੱਤੀ ਜਾਂਦੀ ਹੈ ਜਿਹਦੇ ਨਾਲ ਕਿ ਹਾਈਡਰੋਜਨ ਪੈਰੋਕਸਾਈਡ ਦੀ ਜਿਹੜੀ ਡੀਕੰਪੋਜੀਸ਼ਨ ਹੈ ਉਹ ਘਟ ਜਾਂਦੀ ਹੈ, ਰਿਟਾਰਡੇਸ਼ਨ ਹੋ ਜਾਂਦੀ ਹੈ, ਰੁਕ ਜਾਂਦੀ ਹੈ। तो ਇਹਨਾਂ ਨੂੰ ਇਸ ਕਰਕੇ ਨੈਗੇਟਿਵ ਕੈਟਲਿਸਟਸ ਵੀ ਕਿਹਾ ਜਾਂਦਾ ਹੈ। तो ਤਿੰਨ ਚੀਜ਼ਾਂ ਪਾ ਕੇ ਅਸੀਂ ਉਹਦੀ ਡੀਕੰਪੋਜੀਸ਼ਨ ਨੂੰ ਰੋਕ ਸਕਦੇ ਹਾਂ, ਕਿਹੜੀ ਇੱਕ ਫਾਸਫੋਰਿਕ ਐਸਿਡ, ਇੱਕ ਗਲਿਸਰੋਲ ਔਰ ਤੀਸਰੀ ਐਸੀਟੈਨਾਲਾਈਡ। तो ਇਹਦੇ ਨਾਲ ਇਹਦੀ ਡੀਕੰਪੋਜੀਸ਼ਨ ਨੂੰ ਰਿਟਾਰਡ ਕੀਤਾ ਜਾ ਸਕਦਾ ਹੈ। ਨੈਕਸਟ ਹੈ ਪ੍ਰੋਪਰਟੀਜ਼ ਆਫ ਹਾਈਡਰੋਜਨ ਪੈਰੋਕਸਾਈਡ। तो ਪ੍ਰੋਪਰਟੀਜ਼ ਦੇ ਵਿੱਚ ਸਭ ਤੋਂ ਪਹਿਲਾਂ ਅਸੀਂ ਡਿਸਕਸ ਕਰਾਂਗੇ ਫਿਜ਼ੀਕਲ ਪ੍ਰੋਪਰਟੀਜ਼। ਫਿਜ਼ੀਕਲ ਪ੍ਰੋਪਰਟੀਜ਼ ਦੇ ਵਿੱਚ ਜਿਹੜੀ ਪਿਓਰ ਹਾਈਡਰੋਜਨ ਪੈਰੋਕਸਾਈਡ ਹੈ that is a thick syrupy liquid। thick ਹੈ, ਸਿਰਪ ਲਾਈਕ ਹੈ। ਸਿਰਪ ਤੁਸੀਂ ਜਿਵੇਂ ਸਮਝਦੇ ਹੋ ਕਿ ਜਿਵੇਂ ਅਸੀਂ ਕਫ ਸਿਰਪ ਵਗੈਰਾ ਪੀਂਦੇ ਆ ਥੋੜੇ ਥਿਕ ਹੁੰਦੇ ਆ, तो syrupy liquid ਹੈ, ਸਿਰਪ ਟਾਈਪ with pale blue color। फिर सुन लो ਜਿਹੜੀ ਪਿਓਰ ਹਾਈਡਰੋਜਨ ਪੈਰੋਕਸਾਈਡ ਹੈ ਥਿਕ ਹੈ, ਸਿਰਪੀ ਲਿਕੁਇਡ ਹੈ यानी ਸਿਰਪ ਵਰਗੀ ਹੁੰਦੀ ਆ ਐਂਡ ਪੇਲ ਬਲੂ ਕਲਰ ਦੀ ਹੈ। ਦੂਸਰਾ, ਵਾਟਰ ਨਾਲੋਂ ਇਟ ਇਜ਼ ਮੋਰ ਵਿਸਕਸ। ਇਹਦੀ ਵਿਸਕੋਸਿਟੀ ਵਾਟਰ ਨਾਲੋਂ ਜਿਹੜੀ ਹੈ ਜ਼ਿਆਦਾ ਹੁੰਦੀ ਆ, ਵਾਟਰ ਨਾਲੋਂ ਦੀ ਵੋਲੈਟਿਲਿਟੀ ਘੱਟ ਆ ਤੇ ਡੈਂਸਰ ਵੀ ਵਾਟਰ ਨਾਲੋਂ ਜਿਹੜੀ ਹੈ ਜ਼ਿਆਦਾ ਹੈ, यानी ਉਹਦੀ ਡੈਂਸਿਟੀ ਜ਼ਿਆਦਾ ਹੈ। ਇਟ ਇਜ਼ more viscous, less volatile
and denser than water. Third ਜਿਹੜੀ ਉਹਦੀ property ਹੈ density ਦੀ, तो its density is 1.44 ग्राम पर सेंटीमीटर क्यूब। ये फिगर ਜਿਹੜੀ ਹੈ ਤੁਸੀਂ याद कर लेनी है कि the density of hydrogen peroxide is 1.44 ग्राम per centimeter cube. The melting point of hydrogen peroxide is 272.4 Kelvin and boiling point is 358 Kelvin at 68 mm of mercury. ਇਹ ਗੱਲ ਧਿਆਨ ਨਾਲ ਸੁਣੋ ਕਿ ਇਹਦਾ ਜਿਹੜਾ boiling point ਹੈ ਉਹ 358 Kelvin ਹੈ, but at 68 mm of mercury ਇੰਨੇ ਪ੍ਰੈਸ਼ਰ ਦੇ ਉੱਤੇ ਦਾ 358 Kelvin ਜਿਹੜਾ ਹੈ boiling point ਹੈ। ਕਿਉਂਕਿ ਜੇ ਨਾਰਮਲ ਐਟਮੋਸਫੈਰਿਕ ਪ੍ਰੈਸ਼ਰ ਤੇ ਗੱਲ ਕਰਾਂਗੇ ਤਾਂ ਉਹਦਾ boiling point ਜਿਹੜਾ ਹੈ ਉਹ ਜਿਵੇਂ ਅਸੀਂ 760 mm of mercury ਲੈਂਦੇ ਆ, ਉੱਤੇ ਦਾ boiling point different ਹੋਏਗਾ। This boiling point of 358 Kelvin is at 68 mm of mercury. Next is it is completely miscible with water, कि पानी ਦੇ ਵਿੱਚ completely ਜਿਹੜੀ ਹੈ ਘੁਲ ਜਾਂਦੀ ਹੈ, ਅਲਕੋਹਲ ਦੇ ਵਿੱਚ ਵੀ completely ਘੁਲ ਜਾਂਦੀ ਹੈ ਤੇ ਈਥਰ ਦੇ ਵਿੱਚ ਵੀ ਇਹ ਜਿਹੜੀ ਹੈ completely miscible ਹੈ and in all proportions. All proportions मतलब ਚਾਹੇ ਦੋਵਾਂ ਚੋਂ ਜਿਹੜਾ ਮਰਜ਼ੀ ਲਿਕੁਇਡ ਜਿੰਨੀ ਮਰਜ਼ੀ ਕੁਆਂਟੀਟੀ ਚ ਲੈ ਲਓ, it is completely miscible with water, alcohol and ether in all proportions. It forms a hydrate with water as H2O2 dot H2O, यानी hydrated form of hydrogen peroxide भी ਜਿਹੜੀ है वो पानी नाल मिलके बना दिंदी है, तो ਉਹਦਾ melting point ਜਿਹੜਾ है 221 Kelvin ਹੁੰਦਾ है। ਉਸ ਤੋਂ ਬਾਅਦ ਆ ਗਈਆਂ ਜੀ chemical properties। chemical properties ਦੇ ਵਿੱਚ ਜਿਹੜੀ ਹਾਈਡਰੋਜਨ ਪੈਰੋਕਸਾਈਡ ਦੀ ਇੱਕ ਪ੍ਰੋਪਰਟੀ ਹੈ ਕਿ ਇਹ ਐਜ਼ ਅ ਆਕਸੀਡਾਈਜ਼ਿੰਗ ਏਜੰਟ ਵੀ ਐਕਟ ਕਰਦੀ ਹੈ ਔਰ ਐਜ਼ ਅ ਰਿਡਿਊਸਿੰਗ ਏਜੰਟ ਵੀ ਐਕਟ ਕਰਦੀ ਹੈ, ਔਰ ਸੈਕੰਡਲੀ ਦੋਵੇਂ ਐਸਿਡਿਕ ਮੀਡੀਅਮ ਦੇ ਵਿੱਚ ਵੀ ਤੇ ਐਲਕਲਾਈਨ ਸੋਲੂਸ਼ਨਸ ਦੇ ਵਿੱਚ ਵੀ। I am repeating, hydrogen peroxide behaves as an oxidizing agent as well as reducing agent and both in acidic as well as in alkaline solution। ਜਿਹੜੀ oxidation state है ऑक्सीजन ਦੀ हाइड्रोजन peroxide ਦੇ ਵਿੱਚ that is in -1, तो इस करके it can therefore be oxidized to O2। however it is a powerful oxidizing agent but a weak reducing agent। ਜਿਵੇਂ ਅਸੀਂ ਪਹਿਲਾਂ ਗੱਲ ਕੀਤੀ ਆ ਕਿ ਇਹ ਦੋਵੇਂ as an oxidizing agent ਵੀ behave ਕਰਦੀ ਆ और as a reducing agent भी behave ਕਰਦੀ ਆ, पर as a powerful oxidizing agent behave ਕਰਦੀ ਆ, but as a reducing agent it is a weak reducing agent। तो first point ਦੇ ਵਿੱਚ oxidizing action in acidic medium, क्योंकि ਅਸੀਂ ਕਿਹਾ ਹੈ कि acidic ਤੇ basic ਜਾਂ alkaline ਦੋਵਾਂ medium ਦੇ ਵਿੱਚ ਜਿਹੜੀ ਹੈ ਉਹ oxidizing ਤੇ reducing agent ਦੇ ਤੌਰ ਤੇ behave ਕਰ ਸਕਦੀ ਆ। तो सब तो पहला oxidizing action in acidic medium, तो acid ਦੀ presence ਦੇ ਵਿੱਚ ਹਾਈਡਰੋਜਨ ਪੈਰੋਕਸਾਈਡ ਇਹ ਇਲੈਕਟ੍ਰੋਨਸ ਜਿਹੜੀ ਹੈ ਉਹ ਅਸੈਪਟ ਕਰ ਸਕਦੀ ਹੈ, ਕਿਉਂਕਿ ਅਸੀਂ ਲੂਇਸ ਐਸਿਡ ਬੇਸ ਕਨਸੈਪਟ ਪੜਿਆ, ਉਹਦੇ ਚ ਅਸੀਂ ਜਾਣਦੇ ਹਾਂ ਕਿ ਐਸਿਡਸ ਆਰ ਇਲੈਕਟ੍ਰੋਨ ਅਸੈਪਟਰਸ। तो ਹਾਈਡਰੋਜਨ ਪੈਰੋਕਸਾਈਡ ਜਿਹੜੀ ਆ ਉਹ ਐਸਿਡਸ ਦੀ ਪ੍ਰੈਜ਼ੈਂਸ ਦੇ ਵਿੱਚ ਇਲੈਕਟ੍ਰੋਨ ਅਸੈਪਟ ਕਰ ਸਕਦੀ ਆ and thus acts as an oxidizing agent। तो हाइड्रोजन पेरोक्साइड oxides ferrous sulfate to ferric sulfate, तो ferrous sulfate तो ferric sulfate ਦੇ ਵਿੱਚ ਉਹਨੂੰ ਜਿਹੜਾ ਹੈ ਕਨਵਰਟ ਕਰ ਦਿੰਦੀ ਹੈ as an oxidizing agent। oxidizing properties ਜਿਹੜੀਆਂ ਨੇ ਹਾਈਡਰੋਜਨ ਪੈਰੋਕਸਾਈਡ ਦੀਆਂ, ਜਿਵੇਂ ਇਹਨਾਂ ਰਿਐਕਸ਼ਨਸ ਤੋਂ ਕਲੀਅਰ ਆ ਕਿ ferrous sulfate ਨੂੰ ferric sulfate ਦੇ ਵਿੱਚ ਕਨਵਰਟ ਕਰ ਦਿੰਦੀ ਹੈ ਔਰ ਸਲਫਿਊਰਸ ਐਸਿਡ ਨੂੰ ਸਲਫਿਊਰਿਕ ਐਸਿਡ ਦੇ ਵਿੱਚ ਹਾਈਡਰੋਜਨ ਪੈਰੋਕਸਾਈਡ ਜਿਹੜੀ ਆ ਕਨਵਰਟ ਕਰਦੀ ਆ। ਇਹਦੇ ਤੋਂ ਇਹਦੀਆਂ ਆਕਸੀਡਾਈਜ਼ਿੰਗ ਪ੍ਰੋਪਰਟੀਜ਼ ਜਿਹੜੀਆਂ ਨੇ ਸ਼ੋ ਹੁੰਦੀਆਂ ਨੇ। ਲੈਡ ਸਲਫਾਈਡ ਇਜ਼ ਕਨਵਰਟਡ ਇਨਟੂ ਲੈਡ ਸਲਫੇਟ ਔਨ ਰਿਐਕਸ਼ਨ ਵਿਦ ਹਾਈਡਰੋਜਨ ਪੈਰੋਕਸਾਈਡ। ਜਿਹੜੀਆਂ ਹੋਰ ਇਹਦੀਆਂ ਆਕਸੀਡਾਈਜ਼ਿੰਗ ਪ੍ਰੋਪਰਟੀਜ਼ ਨੇ ਉਹ ਐਕਸਪਲੇਨ ਕੀਤੀਆਂ ਜਾ ਸਕਦੀਆਂ ਨੇ। ਪੋਟਾਸ਼ੀਅਮ ਫੈਰੋਸਾਇਨੇਟ ਤੋਂ ਪੋਟਾਸ਼ੀਅਮ ਫੈਰਿਕ ਸਾਇਨੇਟ ਦੇ ਵਿੱਚ ਇਹ ਕਨਵਰਟ ਜਿਹੜੀ ਆ वो कर दिंदी है हाइड्रोजन पैरोक्साइड। और देखो रिएक्शन दे विच गिवन है बेंजीन इज कन्वर्टेड इनटू फिनोल एंड पोटाशियम डाइक्रोमेट इज कन्वर्टेड इनटू पोटाशियम सल्फेट एंड क्रोमियम पेंटाऑक्साइड, यानी पोटाशियम डाइक्रोमेट जिहड़ा है क्रोमियम पेंटाऑक्साइड कन्वर्ट हो जाता है ऑन रिएक्शन विद हाइड्रोजन पैरोक्साइड। ये सारियां इहदियां ऑक्सीडाइजिंग प्रॉपर्टीज जिहड़ियां ने शो करदियां। ਹੁਣ ਜਿਵੇਂ ਆਪਾਂ ਅੱਗੇ ਪੜਿਆ ਸੀਗਾ ਕਿ ਹਾਈਡਰੋਜਨ ਪੈਰੋਕਸਾਈਡ ਜਿਹੜੀਆਂ ਹੈ ਦੀਆਂ ਰਿਡਿਊਸਿੰਗ ਪ੍ਰੋਪਰਟੀਜ਼ ਵੀ ਨੇ, तो सब तो पहली ਇਹਦੀ ਰਿਡਿਊਸਿੰਗ ਪ੍ਰੋਪਰਟੀ ਜਿਹੜੀ ਆਪਾਂ ਐਕਸਪਲੇਨ ਕਰ ਸਕਦੇ ਹਾਂ
when hydrogen peroxide reacts with ozone, that hydrogen peroxide converts या reduce ozone to oxygen। तो सिल्वर ऑक्साइड ਨੂੰ reduce करके सिल्वर च convert कर ਦਿੰਦੀ है। तो lead oxide ਜਿਹੜਾ है वो convert हो जाता है lead nitrate ਦੇ ਵਿੱਚ on treating with hydrogen peroxide and nitric acid। ਹੋਰ ਜਿਹੜੀਆਂ ਇਹਦੀਆਂ reducing properties ਨੇ, जिवें chlorine है on treating with hydrogen peroxide it is converted into HCl, and KMnO4 is when treated with hydrogen peroxide in the presence of sulfuric acid, तो potassium sulfate and manganese sulfate ਜਿਹੜਾ ਹੈ ਉਹਦੀ formation ਹੋ ਜਾਂਦੀ ਹੈ ਨਾਲ water and oxygen ਜਿਹੜੇ ਹੈ ਉਹ as a by product ਨਿਕਲ ਜਾਂਦੇ ਆ। तो ਇਸ ਤੋਂ ਇਹਦੀਆਂ oxidizing properties ਦਾ ਵੀ ਪਤਾ ਲੱਗਦਾ ਹੈ ਤੇ reducing properties ਦਾ ਵੀ ਜਿਹੜਾ ਹੈ ਉਹ ਪਤਾ ਲੱਗ ਜਾਂਦਾ ਹੈ ਕਿ ਹਾਈਡਰੋਜਨ ਪੈਰੋਕਸਾਈਡ ਜਾਂ oxidizing properties ਵੀ ਨੇ ਤੇ reducing properties ਵੀ। ਔਰ ਉਸ ਤੋਂ ਬਾਅਦ ਲਾਸਟ ਦੇ ਵਿੱਚ ਇਸ ਦੀਆਂ acidic properties ਨੇ। acidic properties मतलब कि it reacts with alkalis and decomposes carbonates, कि हाइड्रोजन पैरोक्साइड ਜਿਹੜੀ ਹੈ सोडियम हाइड्रोक्साइड एक alkali ਜਿਹੜੀ ਆ ਉਹਦੇ ਨਾਲ react ਕਰਕੇ ਉਹਨੂੰ सोडियम ऑक्साइड ਦੇ ਵਿੱਚ convert ਕਰ ਦਿੰਦੀ ਆ। और हाइड्रोजन पैरोक्साइड डिकम्पोज कार्बोनेट्स यानी सोडियम कार्बोनेट ਨੂੰ डिकम्पोज करके सोडियम ऑक्साइड ਦੇ ਵਿੱਚ कन्वर्ट कर ਦਿੰਦੀ है। This is all about its chemical properties. Now we come to uses of hydrogen peroxide, कि हाइड्रोजन पैरोक्साइड किथे-किथे यूज ਹੁੰਦੀ ਹੈ। तो सब तो पहला ਇਹਦਾ इंडस्ट्री ਦੇ ਵਿੱਚ एज ए ब्लीचिंग एजेंट, टेक्सटाइल इंडस्ट्री ਦੇ ਵਿੱਚ एज ए ब्लीचिंग एजेंट, पेपर इंडस्ट्री, पल्प इंडस्ट्री, स्ट्रॉ इंडस्ट्री, लैदर इंडस्ट्री, ऑयल्स एंड फैट्स, यानी बहुत सारी इंडस्ट्री ਦੇ ਵਿੱਚ एज ए ब्लीचिंग एजेंट ਦੇ ਤੌਰ ਤੇ ਜਿਹੜੀ ਹੈ यूज ਕੀਤੀ ਜਾਂਦੀ ਹੈ। ਡੋਮੈਸਟਿਕਲੀ ਵੀ ਘਰਾਂ ਦੇ ਵਿੱਚ ਵੀ हेयर ਨੂੰ ਬਲੀਚ ਕਰਨ ਵਾਸਤੇ ਵੀ ਜਾਂ ਮਾਈਲਡ ਡਿਸਇਨਫੈਕਟੈਂਟ ਦੇ ਤੌਰ ਤੇ ਵੀ ਜਿਹੜੀ ਹਾਈਡਰੋਜਨ ਪੈਰੋਕਸਾਈਡ यूज ਕੀਤੀ ਜਾਂਦੀ ਹੈ। ਬਹੁਤ ਸਾਰੇ ਇਨਆਰਗੈਨਿਕ ਕੰਪਾਊਂਡਸ ਜਿਵੇਂ ਸੋਡੀਅਮ ਪਰਬੋਰੇਟਸ, ਪਰਕਾਰਬੋਨੇਟਸ which are important constituents of high quality detergents, ਜਿਨ੍ਹਾਂ ਤੋਂ ਅੱਗੋਂ डिटर्जेंट्स ਬਣਦੇ ਆ ਕੱਪੜੇ ਧੋਣ ਵਾਲੇ, ਉਹਨਾਂ ਦੀ ਮੈਨੂਫੈਕਚਰਿੰਗ ਦੇ ਵਿੱਚ ਵੀ ਹਾਈਡਰੋਜਨ ਪੈਰੋਕਸਾਈਡ ਜਿਹੜੀ ਹੈ यूज ਕੀਤੀ ਜਾਂਦੀ ਹੈ। तो ਐਂਟੀਸੈਪਟਿਕ ਦੇ ਤੌਰ ਤੇ ਜ਼ਖਮ ਨੂੰ ਵਾਸ਼ਿੰਗ ਵੂੰਡਸ ਉਹਨਾਂ ਨੂੰ ਵਾਸ਼ ਕਰਨ ਵਾਸਤੇ ਕਈ ਵਾਰੀ ਡਾਕਟਰ ਕੋਲ ਜਾਂਦੇ ਆ, ਪੱਟੀ ਕਰਾਉਂਦੇ ਆ, ਸੱਟ ਲੱਗ ਜੇ तो ਪੱਟੀ ਕਰਨ ਤੋਂ ਪਹਿਲਾਂ ਡਾਕਟਰ ਜਿਹੜੇ ਆ ਉਹ ਇੱਕ ਲਿਕੁਇਡ ਜਿਹੜਾ ਹੈ ਉਹ ਉੱਥੇ ਪਾਉਂਦੇ ਆ ਵੂੰਡ ਦੇ ਉੱਤੇ, ਜ਼ਖਮ ਦੇ ਉੱਤੇ। ਤੇ ਅਸੀਂ ਆਮ ਤੌਰ ਤੇ ਲੋਕ ਕਹਿੰਦੇ ਹਾਈਡਰੋਜਨ, ਐਕਚੁਅਲੀ that is not hydrogen, that is hydrogen peroxide। तो वूंड्स ਨੂੰ ਵਾਸ਼ ਕਰਨ ਵਾਸਤੇ, ਟੀਥ ਐਂਡ ਈਅਰਸ ਨੂੰ ਵੀ ਵਾਸ਼ ਕਰਨ ਵਾਸਤੇ ਅੰਡਰ ਪਰਹਾਈਡਰੋਲ ਦੇ ਨਾਂ ਦੇ ਅੰਦਰ ਇਹ ਜਿਹੜੀ ਹਾਈਡਰੋਜਨ ਪੈਰੋਕਸਾਈਡ ਜਿਹੜੀ ਹੈ ਉਹ ਆਉਂਦੀ ਆ। ਇਟ ਇਜ਼ ਆਲਸੋ ਯੂਜ਼ਡ ਇਨ ਦ ਪ੍ਰੋਡਕਸ਼ਨ ਆਫ ਐਪੀਆਕਸਾਈਡਸ, ਪ੍ਰੋਪਿਲੀਨ ਆਕਸਾਈਡਸ ਐਂਡ ਪੋਲੀਯੂਰੇਥੀਨਸ। ਹੋਰ ਕੀ ਯੂਜ਼ਸ ਨੇ ਹਾਈਡਰੋਜਨ ਪੈਰੋਕਸਾਈਡਸ ਦੇ? ਇੱਕ ਤੇ ਕੈਮੀਕਲ ਹਾਈਡਰੋਕੁਇਨੋਨ ਹੈ, ਫਾਰਮਾਸਿਊਟੀਕਲ ਇੰਡਸਟਰੀ ਦੇ ਵਿੱਚ ਜਿਹੜੀ ਹੈ ਉਹ ਯੂਜ਼ ਹੁੰਦੀ ਆ ਹਾਈਡਰੋਕੁਇਨੋਨ ਦੀ ਸਿੰਥੇਸਿਸ ਦੇ ਵਿੱਚ, and fruit products like tartaric acid बनाने ਦੇ ਵਿੱਚ ਕੰਮ ਆਉਂਦੀ ਹੈ। It is also used as an anti-clor in bleaching, and it is also used for restoring the color of lead paintings। lead paintings ਦੇ ਕਲਰ ਨੂੰ ਰੀਸਟੋਰ ਕਰਨ ਵਾਸਤੇ ਵੀ ਜਿਹੜੀ ਹੈ ਯੂਜ਼ ਕੀਤੀ ਜਾਂਦੀ ਹੈ। ਅੱਜ ਕੱਲ ਜਿਹੜੀ ਹੈ ਮਿਲਕ ਤੇ ਵਾਈਨਸ ਨੂੰ ਪ੍ਰੀਜ਼ਰਵ ਕਰਨ ਵਾਸਤੇ ਵੀ ਹਾਈਡਰੋਜਨ ਪੈਰੋਕਸਾਈਡ ਜਿਹੜੀ ਹੈ ਯੂਜ਼ ਕੀਤੀ ਜਾਂਦੀ ਹੈ। ਔਰ ਰੀਸੈਂਟ ਦੇ ਵਿੱਚ ਇੱਕ ਨਵੀਂ ਰਿਸਰਚ ਆਈ ਹੈ ਕਿ ਇਨਵਾਇਰਨਮੈਂਟਲ ਕੈਮਿਸਟਰੀ ਦੇ ਵਿੱਚ ਹਾਈਡਰੋਜਨ ਪੈਰੋਕਸਾਈਡ ਦਾ ਬਹੁਤ ਇੰਪੋਰਟੈਂਟ ਰੋਲ ਆ कि पोल्यूशन कंट्रोल ट्रीटमेंट ਦੇ ਵਿੱਚ ਜਿਹੜੇ ਇੰਡਸਟਰੀ ਦੇ ਜਾਂ ਘਰਾਂ ਦਾ ਜਿਹੜਾ ਵੇਸਟ ਐਫਲੂਐਂਟਸ ਪਾਣੀ ਬਾਹਰ ਨਿਕਲਦਾ ਹੈ ਉਹਨੂੰ ਪਿਉਰੀਫਾਈ ਕਰਨ ਵਾਸਤੇ ਔਰ ਆਕਸੀਡੇਸ਼ਨ ਆਫ ਸਾਇਨਾਈਡਸ ਦੇ ਵਿੱਚ ਵੀ ਇਹਨੂੰ ਯੂਜ਼ ਕੀਤਾ ਜਾਂਦਾ ਹੈ। ਐਂਡ ਰੀਸਟੋਰੇਸ਼ਨ ਆਫ ਐਰੋਬਿਕ ਕੰਡੀਸ਼ਨਸ ਆਫ ਸੀਵੇਜ ਵੇਸਟ ਜਿਹੜਾ ਪਾਣੀ ਹੈ ਉਹਦੇ ਚ ਜਿਹੜੀਆਂ ਐਰੋਬਿਕ ਕੰਡੀਸ਼ਨਸ ਨੂੰ ਰੀਸਟੋਰ ਕਰਨ ਵਾਸਤੇ ਹਾਈਡਰੋਜਨ ਪੈਰੋਕਸਾਈਡ ਜਿਹੜੀ ਆ ਯੂਜ਼ ਕੀਤੀ ਜਾਂਦੀ ਹੈ। ਦਿਸ ਇਜ਼ ਆਲ ਅਬਾਊਟ ਯੂਜ਼ਸ ਆਫ ਹਾਈਡਰੋਜਨ ਪੈਰੋਕਸਾਈਡ। ਔਰ ਲਾਸਟ ਤੇ ਅਸੀਂ ਇਹਦੀ ਸਟਰਕਚਰ ਡਿਸਕਸ ਕਰਾਂਗੇ। H2O2 ਜਿਵੇਂ ਨਾਂ ਤੋਂ ਕਲੀਅਰ ਆ, ਦੋ ਹਾਈਡਰੋਜਨ ਐਟਮਸ ਨੇ ਔਰ ਦੋ ਆਕਸੀਜਨ ਐਟਮਸ ਨੇ। ਆਕਸੀਜਨ ਦੀ ਐਟਮ ਜਿਹੜੀ ਦੀ ਲਿੰਕੇਜ ਹੈ ਬੌਂਡ OO ਬੌਂਡ ਲਿੰਕੇਜ ਇਜ਼ ਕਾਲਡ ਪੈਰੋਕਸਾਈਡ ਲਿੰਕੇਜ। ਦੋ ਫਾਰਮ ਚ ਐਗਜ਼ਿਸਟ ਕਰਦੀ ਹੈ, ਸੋਲਿਡ ਫੇਜ਼ ਐਂਡ ਲਿਕੁਇਡ ਫੇਜ਼, ਸੌਰੀ ਗੈਸੀਅਸ ਫੇਜ਼। ਸੋਲਿਡ ਫੇਜ਼ ਦੇ ਵਿੱਚ ਜਿਹੜਾ ਆ ਦੇਖੋ ਬੌਂਡ ਐਂਗਲ ਬਣਦਾ ਹੈ ਇਹਨਾਂ ਦਾ that is 90.2 ਡਿਗਰੀ, ਜਿਵੇਂ ਕਿ ਪਹਿਲੀ ਸਲਾਈਡ ਦੇ ਵਿੱਚ ਵੀ ਸ਼ੋ ਕੀਤਾ ਗਿਆ ਸੀ कि the dihedral angle is reduced to 90.2 degree from 101.5 degree। 111.5 ਤੋਂ 90.2 ਡਿਗਰੀ ਰਹਿ ਜਾਂਦਾ ਹੈ 111.5 ਗੈਸ ਫੇਜ਼ ਦੇ ਵਿੱਚ ਤੇ ਸੋਲਿਡ ਫੇਜ਼ ਦੇ ਵਿੱਚ
90.2 डिग्री जिहड़ा है इहदा बॉन्ड एंगल जिहड़ा रह जांदा है। ये दी ब्रॉडली जिहड़ी है स्ट्रक्चर है। दिस इज ऑल अबाउट हाइड्रोजन परऑक्साइड। इसे दे नाल ही एक लास्ट छोटा जिहा टॉपिक है लिक्विड हाइड्रोजन एज ए फ्यूल, वो असी डिस्कस करांगे। वट इज ए फ्यूल? फ्यूल की हुंदा है? फ्यूल वो हुंदा है ਜਿਹੜਾ ਜਦੋਂ ਬਰਨ ਕਰਨ ਤੇ ਜਿਹੜਾ ਸਾਨੂੰ ਲਾਰਜ ਕੁਆਂਟੀਟੀ ਆਫ એનર્ਜੀ ਦੇਵੇ। तो ਜਿਵੇਂ ਅਸੀਂ ਘਰਾਂ ਦੇ ਵਿੱਚ ਗੈਸ LPG ਐਜ਼ ਅ ਫਿਊਲ ਯੂਜ਼ ਕਰਦੇ ਹਾਂ, ਪਹਿਲਾਂ ਕੋਲਾ ਯੂਜ਼ ਹੁੰਦਾ ਸੀਗਾ, ਲੱਕੜਾਂ ਯੂਜ਼ ਹੁੰਦੀਆਂ ਸੀ, ਪੈਟਰੋਲ ਯੂਜ਼ ਹੁੰਦਾ ਹੈ ਐਜ਼ ਅ ਫਿਊਲ, ਡੀਜ਼ਲ ਯੂਜ਼ ਹੁੰਦਾ ਹੈ। ਇਦਾਂ ਹੀ ਲਿਕੁਇਡ ਹਾਈਡਰੋਜਨ ਨੂੰ ਵੀ ਐਜ਼ ਅ ਫਿਊਲ ਯੂਜ਼ ਕੀਤਾ ਜਾ ਸਕਦਾ ਹੈ ਕਿਉਂਕਿ ਇਹ ਫਿਊਲ ਦੀਆਂ ਸਾਰੀਆਂ ਲਗਭਗ ਕੰਡੀਸ਼ਨਸ ਨੂੰ ਸੈਟੀਸਫਾਈ ਕਰਦੀ ਹੈ। तो लिक्विड हाइड्रोजन यूज्ड एज एन इंपॉर्टेंट रॉकेट फ्यूल। रॉकेट फ्यूल क्यों वधिया तौर पर यूज किया जाता है या बेस्ट यूज हो सकता है? क्योंकि रॉकेट नूं प्रपैल करने वास्ते वो फ्यूल चाहिए है जिहदा घट मास दे विच ज़्यादा एनर्जी जिहड़ी है वो देवे। सो a primary condition for a rocket fuel is that its mass be as small as possible for a given amount of energy produced। तो क्योंकि हाइड्रोजन का घट मास है तो एंथैल्पी ऑफ कंबस्टन बहुत ज़्यादा है, बहुत ज़्यादा हाई एनर्जी ये प्रोड्यूस करता है। दैट इज वाई इट इज कंसिडर्ड एज एन आइडियल रॉकेट फ्यूल। तो जे आप सारे फ्यूल्स दियां कैलोरीफिक वैल्यूज कंपेयर करिए तो देखो कार्बन की पर किलो जाउल पर किलोग्राम की गल करते हैं कि 1 किलोग्राम बर्न करते किन्ने जाउल जिहड़ा है वो फ्यूल की सानू कैलोरीफिक वैल्यू मिलती है। तो कार्बन की यानी कोले की 34,000 के करीब है, डीजल की 44,845,000 के करीब है, मीथेन गैस जिहड़ी है 55,530, जिहड़ा पेट्रोल है 48,000 है के करीब है, और वुड जिहड़ी लकड़ तो असी बालते हैं वो 14,400 तो 17,400 डिपेंडिंग अपॉन द क्वालिटी ऑफ वुड। बट जे हाइड्रोजन की देखो कंपेयर करिए तो 1,41,790 किलो जूल पर किलोग्राम बर्न करते सानू इन्नी ज़्यादा जिहड़ी है वो एनर्जी इतों मिलती है, यानी हाईली कैलोरीफिक वैल्यू है जी। तो ये बेनीफिट की ने? एक तो हाइड्रोजन जिहड़ा है एज ए फ्यूल यूज किया जा सकता है। ऑटोमोबाइल्स दे विच जो इस बर्न करते हैं तो क्लीन फ्यूल मन्निया जाता है। क्यों क्लीन फ्यूल मन्निया जाता है? क्योंकि इसका बाई प्रोडक्ट जिहड़ा है वेस्ट वो वाटर ही निकलता है, तो कोई साडे एनवायरनमेंट नूं वातावरण नुकसान नहीं पहुँचाता। तो इस करके क्लीन एनवायरनमेंटली सेफ फ्यूल मन्निया जाता है। हाइड्रोजन जिहड़ा है पेट्रोल ते डीजल की जगह पर सबस्टिट्यूट हो सकता है ਉਹਦੇ ਨਾਲ, क्योंकि साडा इंपोर्ट बहुत ज़्यादा असीं करदे हां, तो साडी फॉरन करंसी बहुत खर्च होंदी है पेट्रोल नूं इंपोर्ट करने वास्ते, डीजल नूं, तो वो असीं बच सकदी है, देश की इकोनॉमी सुधर सकती है। तो एरोनॉटिकल इंडस्ट्री विच रॉकेट्स दे विच एज ए फ्यूल इनूं यूज़ किया जा सकता है। पर हाइड्रोजन नूं फ्यूल यूज़ करने के कुछ ड्रॉबैक्स भी ने। पहली गल तो हाइड्रोजन बनाने के जिहड़े दो तरीके ने, इलैक्ट्रोलिसिस है या स्टीम फार्मिंग है, वो बहुत एक्सपेंसिव ने, महंगे ने। एक हाइड्रोजन नूं बहुत हाई प्रैशर ते 350 तो 700 साइज के प्रैशर ते लगभग इनूं स्टोर किया जा सकता है। दैट इज टफ टास्क। एंड एज कंपेयर टू गैस हाइड्रोजन लैक्स स्मैल। एक दा ड्रॉबैक ये है कि अदर गैसेस दी कोई ना कोई स्मैल होंदी है, हाइड्रोजन की स्मैल नहीं होंदी। जे लीकेज हो जाए तो पता नहीं लगता, तो बहुत सारी डिस्ट्रक्शन हो सकती है हाइड्रोजन, क्योंकि बड़ी जल्दी आग जिहड़ी है फड़ लेंदी है। तो ये जिहड़े है हाइड्रोजन आल्सो प्रेजेंट्स चैलेंजेस व्हेन कंसीडरिंग मूविंग इन लार्ज क्वांटिटीज। एक जगह तो दूसरी जगह ते ट्रांसपोर्ट करनी जिहड़ी है हाइड्रोजन लार्ज क्वांटिटीज वो बहुत डिफिकल्ट है। दैट इज वाई ये हले इन्ना प्रचलित फ्यूल नहीं है। तो दिस इज ऑल अबाउट हाइड्रोजन एज ए फ्यूल। थैंक यू students, this is all about hydrogen peroxide and hydrogen as a liquid fuel.